ਵਰਗੀਕਰਨ ਜ਼ਰੂਰੀ ਕਿਉਂ? ਵਰਗੀਕਰਨ ਇਸ ਲਈ ਜ਼ਰੂਰੀ ਆ ਕਿਉਂਕਿ ਆਪਾਂ ਆਪਣੇ ਆਲੇ ਦੁਆਲੇ ਅਸੀਮਤ ਕਿਸਮ ਦੇ ਜੀਵ ਜੰਤੂ ਦੇਖਦੇ ਹਾਂ। ਉਹਨਾਂ ਦੇ ਵਿੱਚ ਪੇੜ ਪੌਦੇ ਵੀ ਸ਼ਾਮਲ ਨੇ। ਉਹਨਾਂ ਨੂੰ ਉਹਨਾਂ ਦੇ ਸਾਂਝੇ ਲੱਛਣਾਂ ਦੇ ਆਧਾਰ ਦੇ ਉੱਪਰ ਆਪਾਂ ਉਹਨਾਂ ਨੂੰ ਸਮੂਹਾਂ ਦੇ ਵਿੱਚ ਵੰਡ ਕੇ ਇੱਕ ਗਰੁੱਪ ਬਣਾ ਕੇ ਉਹਨਾਂ ਦਾ ਅਧਿਐਨ ਕਰਨਾ ਜਿਹੜਾ ਵਾ ਇਕੱਲੇ ਇਕੱਲੇ ਦੇ ਗੁਣਾਂ ਨੂੰ ਯਾਦ ਰੱਖਣ ਨਾਲੋਂ ਥੋੜ੍ਹਾ ਜਿਹਾ ਆਸਾਨ ਕਰ ਦਿੰਦਾ, ਸੁਖਾਲਾ ਬਣਾ ਦਿੰਦਾ ਸਾਡੇ ਲਈ। ਪਰ ਜਸਵੀਰ ਜੀ, ਇੱਕ ਗੱਲ ਮੇਰੇ ਦਿਮਾਗ 'ਚ ਆ ਰਹੀ ਹੈ ਕਿ ਜਿਹੜੀ ਅਰਸਤੂ ਮਹਾਨ ਦਾਰਸ਼ਨਿਕ, ਇਹਨਾਂ ਨੇ ਜਿਹੜਾ ਵਰਗੀਕਰਨ ਦਿੱਤਾ, ਉਸ ਦੇ ਮੁਤਾਬਕ ਕੀ ਇਹ ਅੱਜ ਵੀ ਪ੍ਰਚਲਿਤ ਹੈ? ਸਰ, ਅਰਸਤੂ ਨੇ ਤਾਂ ਸ਼ੁਰੂਆਤ ਕੀਤੀ ਸੀ ਵਰਗੀਕਰਨ ਦੀ। ਉਹਨਾਂ ਤੋਂ ਬਾਅਦ ਬਹੁਤ ਸਾਰੀ ਕੋਸ਼ਿਸ਼ਾਂ ਹੋਈਆਂ, ਬਹੁਤ ਸਾਰੇ ਮਹਾਨ ਵਿਅਕਤੀਆਂ ਦੁਆਰਾ ਕੋਸ਼ਿਸ਼ਾਂ ਕੀਤੀਆਂ ਗਈਆਂ ਤੇ ਅਜੋਕੀ ਜਿਹੜੀ ਸਭ ਤੋਂ ਵੱਧ ਪ੍ਰਚਲਿਤ ਵਰਗੀਕਰਨ ਦੀ ਜਿਹੜੀ ਪੱਧਤੀ ਚੱਲ ਰਹੀ ਹੈ ਆਪਣੇ ਕੋਲੇ, ਉਹ ਰੋਬਰਟ ਐਚ ਵਿਟਾਕਰ ਦੀ ਆ, ਜਿਹਦੇ ਵਿੱਚ ਉਹਨੇ 5 ਜਗਤਾਂ ਦਾ ਜਿਹੜਾ ਵਾ ਉਹ ਵਰਗੀਕਰਨ ਦਿੱਤਾ। ਸਾਰੀ ਦੁਨੀਆ ਦੇ ਵਿੱਚ ਜੀਵ ਜੰਤੂ ਜਿਹੜੇ ਨੇ, ਚਾਹੇ ਪੌਦੇ ਆ, ਚਾਹੇ ਸੂਖਮ ਜੀਵ ਨੇ, ਚਾਹੇ ਵੱਡੇ ਜੀਵ ਨੇ, ਉਹਨਾਂ ਸਾਰਿਆਂ ਨੂੰ 5 ਵਰਗਾਂ ਦੇ ਵਿੱਚ ਉਹਨਾਂ ਨੇ ਜਗਤਾਂ ਦੇ ਵਿੱਚ ਵੰਡ ਦਿੱਤਾ। ਕਿੰਗਡਮਸ ਜਿਨ੍ਹਾਂ ਨੂੰ ਕਹਿੰਦੇ ਆਪਾਂ, 5 ਕਿੰਗਡਮ ਸਿਸਟਮ ਆ ਜਿਹੜਾ ਉਹਦੇ ਵਿੱਚ। ਬੱਚੇ, ਤੁਸੀਂ ਇੱਕ ਗੱਲ ਹੋਰ ਦੇਖ ਸਕਦੇ ਹੋ ਕਿ ਅਰਸਤੂ ਨੇ ਜਲ, ਥਲ ਅਤੇ ਉੱਡਣ ਵਾਲੇ ਜੀਵਾਂ ਦੇ ਹਿਸਾਬ ਨਾਲ ਵਰਗੀਕਰਨ ਕੀਤਾ ਸੀ। ਤੇ ਜਲ ਵਿੱਚ ਵੇਲ ਮੱਛੀ ਵੀ ਹੁੰਦੀ ਹੈ ਤੇ ਜਲ ਵਿੱਚ ਮੂੰਗੇ ਵੀ ਹੁੰਦੇ ਆ, ਤੇ ਬੜਾ ਡਿਫਰੈਂਸ ਹੈ ਵੀ ਉਹ ਵਰਗੀਕਰਨ ਕਿੱਥੇ ਤੱਕ ਚੱਲੇਗਾ। ਤੇ ਸਜੀਵਾਂ ਦਾ ਵਰਗੀਕਰਨ ਜ਼ਰੂਰੀ ਇਸ ਲਈ ਵੀ ਹੋ ਗਿਆ ਕਿ ਜੇ ਅਸੀਂ ਇੰਨੇ ਜ਼ਿਆਦਾ ਜੀਵਾਂ ਨੂੰ ਉਹਨਾਂ ਦੇ ਕੁਝ ਸਾਂਝੇ ਲੱਛਣਾਂ ਦੇ ਹਿਸਾਬ ਨਾਲ, ਆਧਾਰ ਨਾਲ ਉਹਨਾਂ ਨੂੰ ਵਰਗੀਕ੍ਰਿਤ ਕਰ ਲਈਏ ਤਾਂ ਸਾਨੂੰ ਕੱਲੇ-ਕੱਲੇ ਜੀਵ ਦੇ ਲੱਛਣ ਯਾਦ ਨਹੀਂ ਕਰਨੇ ਪੈਣਗੇ। ਸੋ ਉਹਨਾਂ ਨੂੰ ਸਾਂਝੇ ਲੱਛਣਾਂ ਦੇ ਆਧਾਰ ਤੇ ਸਮੂਹਾਂ ਵਿੱਚ ਵੰਡ ਕੇ ਉਹਨਾਂ ਦਾ ਅਧਿਐਨ ਸੁਖਾਲਾ ਕਰਨ ਲਈ ਵਰਗੀਕਰਨ ਦੀ ਬਿਲਕੁਲ ਲੋੜ ਪਈ ਹੈ। ਜਿਵੇਂ ਆਪਾਂ ਸਾਹਮਣੇ ਦੇਖ ਹੀ ਰਹੇ ਹਾਂ, ਆਪਣੇ ਕੋਲ ਇੱਕ ਸਲਾਈਡ ਚੱਲ ਰਹੀ ਹੋਵੇਗੀ ਵੀ ਨਿਵਾਸ ਸਥਾਨ ਇੱਕ ਹੋਣ ਦੇ ਬਾਵਜੂਦ ਵੀ ਜਿਹੜੇ ਜਲਈ ਜੀਵ ਨੇ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਵਿਭਿੰਨਤਾਵਾਂ ਪਾਈਆਂ ਜਾ ਰਹੀਆਂ ਨੇ। ਕਿਤੇ ਤਾਂ ਸਾਨੂੰ ਮੱਛਲੀ ਨਜ਼ਰ ਆ ਰਹੀ ਆ, ਤੇ ਮੱਛਲੀਆਂ ਵੀ ਕਈ ਕਿਸਮਾਂ ਦੀਆਂ ਹੋ ਜਾਂਦੀਆਂ ਨੇਗੀਆਂ। ਜਿਵੇਂ ਵੇਲ ਮੱਛੀ ਆ, ਜਿਹੜੀ ਕਹਿ ਰਹੇ ਅਸੀਂ ਉਹਨੂੰ ਮੱਛਲੀ ਕਹਿ ਰਹੇ ਹਾਂ ਕਿਉਂਕਿ ਉਹ ਸਾਗਰ ਦੇ ਵਿੱਚ ਰਹਿੰਦੀ ਹੈ, ਮਹਾਸਾਗਰਾਂ ਦੇ ਵਿੱਚ ਰਹਿੰਦੀ ਹੈ, ਬਟ ਉਹ ਇੱਕ ਥਣਧਾਰੀ ਜੀਵ ਆ। ਤੇ ਇੱਕ ਹੀ ਇਹਦੇ ਵਿੱਚ ਤਸਵੀਰ ਅਸੀਂ ਦੇਖ ਸਕਦੇ ਹਾਂ ਵੀ ਇੱਕ ਆਕਟੋਪਸ ਦੀ ਵੀ ਲਗਾਈ ਹੋਈ ਆ, ਜਿਸ ਦੇ 8 ਜਿਹੜੇ ਨੇਗੀਆਂ ਬਾਹਾਂ ਹੁੰਦੀਆਂ ਨੇ। ਤੇ ਖੱਬੇ ਪਾਸੇ ਉੱਪਰਲੇ ਪਾਸੇ ਜਿਹੜੀ ਹੈਗੀ ਆ ਆਪਣੇ ਕੋਲ ਤਸਵੀਰ ਲੱਗੀ ਹੋਈ ਆ, ਉਹ ਮੂੰਗੇ ਦੀਆਂ ਚਟਾਨਾਂ ਦੀ ਆ, ਜੋ ਇੱਕ ਦਿਨ ਦੇ ਵਿੱਚ ਨਹੀਂ ਬਣਦੀਆਂ। ਇਹਨਾਂ ਨੂੰ ਬਣਨ ਦੇ ਲਈ ਹਜ਼ਾਰਾਂ ਸਾਲ ਲੱਗ ਜਾਂਦੇ ਆ। ਤੇ ਇੱਥੇ ਹੀ ਜੈਵਿਕ ਵਿਭਿੰਨਤਾ ਜਿਹੜੀ ਹੈਗੀ ਆ ਸਾਗਰਾਂ ਦੇ ਵਿੱਚ ਬਹੁਤ ਜ਼ਿਆਦਾ ਪਾਈ ਜਾ ਸਕਦੀ ਆ। ਬਿਲਕੁਲ। ਸੋ ਹੈਬਿਟੈਟ ਦੇ ਬੇਸ ਤੇ ਜਿਹੜਾ ਅਰਸਤੂ ਨੇ ਦੱਸਿਆ ਕਿ ਇਸ ਤਰੀਕੇ ਨਾਲ ਉਹਨਾਂ ਦਾ ਵਰਗੀਕਰਨ ਕਰਨਾ ਹੈ, ਤਾਂ ਉਹਦੇ ਵਿੱਚ ਕੁਝ ਹਜੇ ਅਸ਼ੰਕਾਵਾਂ ਲੱਗਦੀਆਂ ਸੀ। ਇਸੇ ਪ੍ਰਕਾਰ ਤੁਸੀਂ ਦੇਖ ਸਕਦੇ ਹੋ ਸਲਾਈਡ ਦੇ ਵਿੱਚ ਵਿਦਿਆਰਥੀਓ ਕਿ ਨਿਵਾਸ ਸਥਾਨ ਇੱਕ ਹੋਣ ਦੇ ਬਾਵਜੂਦ ਵੀ ਥਲੀ ਜੀਵਾਂ ਵਿੱਚ ਵੀ ਅਸਮਾਨਤਾਵਾਂ ਪਾਈਆਂ ਗਈਆਂ। ਤੁਸੀਂ ਦੇਖ ਸਕਦੇ ਹੋ ਕਿ ਇੱਕ ਪਾਸੇ ਸ਼ੇਰ, ਹਿਰਨ, ਜਿਰਾਫ ਅਤੇ ਖਰਗੋਸ਼ ਤੁਹਾਡੀ ਸਲਾਈਡ ਦੇ ਉੱਤੇ ਦਿਖਾਇਆ ਜਾ ਰਿਹਾ ਕਿ ਇਹਨਾਂ ਦੇ ਵਿੱਚ ਕੋਈ ਸਮਾਨਤਾ ਤੁਹਾਨੂੰ ਇਹਨਾਂ ਦੇ ਸ਼ੇਪ ਦੇ ਹਿਸਾਬ ਨਾਲ, ਬੋਡੀ ਦੇ ਹਿਸਾਬ ਨਾਲ, ਜਾਂ ਇਹਨਾਂ ਦੇ ਖਾਣ ਪਾਣ, ਰਹਿਣ ਸਹਿਣ ਦੇ ਹਿਸਾਬ ਨਾਲ ਲੱਗਦੀ ਹੈ ਕਿ ਆਪਾਂ ਕਹਿ ਸਕਦੇ ਹਾਂ ਕਿ ਇਹ ਸਾਰੇ ਥਲੀ ਜੀਵ ਨੇ, ਪਰ ਫਿਰ ਵੀ ਥਲੀ ਜੀਵ ਹੋਣ ਤੋਂ ਬਾਅਦ ਵੀ ਇਹਨਾਂ ਦੇ ਵਿੱਚ ਅਸਮਾਨਤਾਵਾਂ ਨੇ। ਇਸ ਕਰਕੇ ਜਿਹੜਾ ਅਰਸਤੂ ਦਾ ਜਿਹੜਾ ਮਾਡਲ ਸਭ ਤੋਂ ਪਹਿਲਾਂ ਸੀਗਾ, ਉਸ ਦੇ ਵਿੱਚ ਕੁਝ ਤਰੁੱਟੀਆਂ ਜ਼ਰੂਰ ਦਿਖੀਆਂ। ਇਸੇ ਤਰ੍ਹਾਂ ਆਪਾਂ ਹਵਾ ਦੇ ਵਿੱਚ ਰਹਿਣ ਵਾਲੇ ਜੀਵ ਵੀ ਦੇਖ ਸਕਦੇ ਹਾਂ। ਇੱਕ ਚਮਗਾਦੜ ਆ, ਇੱਕ ਗਿਰਜੋਡੀ ਆ ਰਹੀ ਆ, ਇੱਲ ਜਿਹਨੂੰ ਵੀ ਕਹਿ ਸਕਦੇ ਆ ਆਪਾਂ, ਇੱਕ ਹਮਿੰਗ ਬਰਡ ਆ ਜਿਹੜੀ, ਤੇ ਇੱਕ ਡਰੈਗਨ ਫਲਾਈ। ਇਹਨਾਂ ਚਾਰਾਂ ਦੇ ਜਿਹੜੇ ਨੇਗੇ ਸੁਭਾਅ ਕੀ ਆ, ਇਹ ਹਵਾ ਦੇ ਵਿੱਚ ਰਹਿੰਦੇ ਆ, ਉੱਡਦੇ ਨੇ, ਉਡਾਨ ਭਰਦੇ ਨੇ ਇਹ। ਬਟ ਜੇ ਚਮਗਾਦੜ ਦੀ ਗੱਲ ਕਰੀਏ, ਉਹ ਵੀ ਇੱਕ ਥਣਧਾਰੀ ਜੀਵ ਆ। ਇੱਲ ਤੇ ਜਿਹੜੀ ਹਮਿੰਗ ਬਰਡ ਹੈਗੀ ਆ, ਉਹ ਅੰਡੇ ਦੇ ਕੇ ਬੱਚੇ ਪੈਦਾ ਕਰਦੇ ਆ, ਪੰਛੀ ਨੇ, ਤੇ ਪੰਛੀਆਂ ਦੇ ਵਿੱਚ ਆ ਜਾਂਦੇ ਆ। ਤੇ ਜਿਹੜੀ ਡਰੈਗਨ ਫਲਾਈ ਆ, ਉਹ ਇੱਕ ਕੀਟ ਜਿਹੜੀ ਹੈਗੀ ਆ ਸਮੂਹ ਦੇ ਵਿੱਚੋਂ ਪਾਈ ਜਾਣ ਵਾਲੀ ਜੀਵ ਆ। ਸੋ ਇਸ ਪ੍ਰਕਾਰ ਵਰਗੀਕਰਨ ਦਾ ਆਧਾਰ ਲਈ ਸਭ ਤੋਂ ਪਹਿਲਾਂ ਜਿਹੜਾ ਇਸ ਟਾਈਮ ਲੇਟੈਸਟ ਵਿਗਿਆਨਿਕਾਂ ਨੇ ਜਿਹੜਾ ਪ੍ਰਮਾਣ ਦਿੱਤਾ ਹੈ ਕਿ ਜਿਹੜਾ ਵਰਗੀਕਰਨ ਹੈ ਉਹਦਾ ਆਧਾਰ ਸੈੱਲ ਸੰਰਚਨਾ ਸਭ ਤੋਂ ਜ਼ਰੂਰੀ ਭਾਗ ਹੈ। ਸੈੱਲ ਸੰਰਚਨਾ ਦਾ ਜੇ ਹਿਸਾਬ ਕਿਤਾਬ ਦੇਖੀਏ ਤਾਂ ਸਭ ਤੋਂ ਪਹਿਲਾਂ ਉਸ ਨੂੰ ਪ੍ਰੋਕੈਰੀਓਟਿਕ ਅਤੇ ਯੂਕੈਰੀਓਟਿਕ ਸੈੱਲਾਂ ਦੇ ਵਿੱਚ ਵੰਡਿਆ ਜਾ ਸਕਦਾ ਹੈ। ਬੱਚਿਓ, ਅਸੀਂ ਪਹਿਲਾਂ ਹੀ ਪੜ੍ਹ ਚੁੱਕੇ ਹਾਂ ਕਿ ਜਿਹੜਾ ਪ੍ਰੋਕੈਰੀਓਟਿਕ ਸੈੱਲ ਹੈ, ਇਹ ਸੈੱਲ ਸੰਰਚਨਾ ਦੇ ਤੌਰ ਤੇ ਪ੍ਰਿਮਿਟਿਵ ਹੁੰਦਾ। ਪ੍ਰਿਮਿਟਿਵ ਮਤਲਬ ਇਹ ਪ੍ਰਾਚੀਨ ਹੈ, ਸਭ ਤੋਂ ਪਹਿਲੇ ਸੈੱਲ ਨੇ।
ਇਹਨਾਂ ਦੇ ਜਿਹੜੇ ਨਿਕੜੇ ਅੰਗ ਨੇ, ਇਹਨਾਂ ਦੇ ਜਿਹੜੇ ਆਰਗਨਸ ਹੈ, ਉਹ ਮੈਂਬਰੇਨ ਬਾਉਂਡ ਨਹੀਂ ਹੈਗੇ। ਉਹਨਾਂ ਦੇ ਬਾਹਰ ਕੋਈ ਵੀ ਜਿਹੜੀਆਂ ਝਿੱਲੀਆਂ ਨੇ, ਜਿਹੜੀਆਂ ਮੈਂਬਰੇਨਸ ਨੇ, ਉਹ ਨਹੀਂ ਹੈ। ਜਿਵੇਂ ਤਾਂ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਦਾ ਹਰ ਇੱਕ ਸੈੱਲ ਦਾ ਇੱਕ ਕੇਂਦਰਕ ਹੁੰਦਾ, ਤਾਂ ਪ੍ਰੋਕੈਰੀਓਟਿਕ ਸੈੱਲ ਦੇ ਵਿੱਚ ਜਿਹੜਾ ਕੇਂਦਰਕ ਹੁੰਦਾ ਉਹ ਪੂਰਾ ਵੈਲ ਡਿਫਾਈਨਡ ਨਹੀਂ ਹੁੰਦਾ, ਉਹ ਬਲਕਿ ਮੈਂਬਰੇਨ ਬਾਉਂਡ ਨਾ ਹੋ ਕੇ ਕੇਵਲ ਕ੍ਰੋਮੈਟਿਡਸ, ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦੇ ਗੁਣਸੂਤਰ ਹੈ ਜਿਹੜੇ ਉਹ ਐਦਾਂ ਹੀ ਸੈੱਲ ਦੇ ਵਿੱਚ ਪਏ ਹੁੰਦੇ ਆ। ਇਸ ਕਰਕੇ ਅਸੀਂ ਉਹਨਾਂ ਨੂੰ ਪ੍ਰੋਕੈਰੀਓਟ ਜਿਹੜੀ ਹੈਗੀ ਆ ਉਹਦੇ ਵਿੱਚ ਰੱਖਦੇ ਹਾਂ, ਗਰੁੱਪ ਦੇ ਵਿੱਚ। ਇਸੇ ਤਰ੍ਹਾਂ ਯੂਕੈਰੀਓਟਿਕ ਉਹ ਸੈੱਲ ਨੇ ਜਿਨ੍ਹਾਂ ਦੇ ਡਿਵੈਲਪਮੈਂਟ ਦੇ ਵਿੱਚ, ਜੀਵ ਵਿਕਾਸ ਦੇ ਵਿੱਚ ਹੌਲੀ ਹੌਲੀ ਜੀਵ ਵਿਕਾਸ ਹੁੰਦਾ ਰਿਹਾ, ਉਹਨਾਂ ਦੀਆਂ ਜਿਹੜੀਆਂ ਮੈਂਬਰੇਨ ਬਾਉਂਡ ਆਰਗੇਨੈਲਿਸ ਉਹਨਾਂ ਦੀਆਂ ਆ ਗਈਆਂ। ਉਹਨਾਂ ਦਾ ਵੈਲ ਡਿਫਾਈਨਡ ਇੱਕ ਨਿਊਕਲੀਅਸ ਸੀਗਾ, ਕੇਂਦਰਕ ਸੀਗਾ, ਜਿਹੜਾ ਅੱਜ ਅਸੀਂ ਕਹਿੰਦੇ ਹਾਂ ਕਿ ਕੇਂਦਰਕ ਤੋਂ ਬਿਨਾਂ ਵੀ ਸੰਭਾਵਨਾਵਾਂ ਸੈੱਲ ਦੇ ਜੀਵਿਤ ਹੋਣ ਦੀਆਂ ਨਹੀਂ ਰਹਿੰਦੀਆਂ। ਸੋ ਪ੍ਰੋਕੈਰੀਓਟਿਕ ਅਤੇ ਯੂਕੈਰੀਓਟਿਕ ਸੈੱਲ ਸੰਰਚਨਾ ਦੇ ਆਧਾਰ ਤੇ ਵਰਗੀਕਰਨ ਸਭ ਤੋਂ ਪਹਿਲਾਂ ਵਿਟੇਕਰ ਨੇ ਕੀਤਾ। ਬਿਲਕੁਲ ਜੀ, ਮੈਂ ਥੋੜੀ ਦੁਹਰਾਈ ਕਰਨੀ ਚਾਹੂੰਗਾ ਇੱਥੇ। ਜਿਹੜੇ ਪ੍ਰੋਕੈਰੀਓਟਿਕ ਜੀਵ ਆ ਜਾਂਦੇ ਨੇ, ਇਹਨਾਂ ਦੇ ਵਿੱਚ ਜਿਹੜਾ ਕੇਂਦਰਕ ਆ, ਜਿਵੇਂ ਸਰ ਨੇ ਦੱਸਿਆ ਵੀ ਵੈਲ ਡਿਫਾਈਨਡ ਨਹੀਂ ਹੁੰਦਾ। ਇਹਨੂੰ ਆਪਾਂ ਸਿੰਪਲੀ ਕਹਿ ਸਕਦੇ ਹਾਂ ਵੀ ਇਹ ਸੰਗਠਿਤ ਕੇਂਦਰਕ ਨਾ ਹੋਣ ਕਰਕੇ ਇਹਨਾਂ ਨੂੰ ਸਭ ਤੋਂ ਪ੍ਰਾਚੀਨ ਸ਼੍ਰੇਣੀ ਦੇ ਜੀਵਾਂ ਦੇ ਵਿੱਚ ਰੱਖਿਆ ਜਾ ਰਿਹਾ। ਇਹ ਇਕੈਰੀ ਝਿੱਲੀ ਵਾਲੇ ਹੁੰਦੇ ਆ, ਤੇ ਯੂਕੈਰੀਓਟਿਕ ਜਿਹੜੇ ਨੇ ਇਹਨਾਂ ਦੇ ਵਿੱਚ ਇੱਕ ਪੂਰੀ ਤਰ੍ਹਾਂ ਸੰਗਠਿਤ ਕੇਂਦਰਕ ਜਿਹੜਾ ਮੌਜੂਦ ਹੁੰਦਾ। ਇਹਨਾਂ ਤੋਂ ਹੀ ਅੱਗੇ ਜਿਹੜੇ ਨੇਗੇ ਵੱਖੋ ਵੱਖਰੇ ਜਿਹੜੇ ਨੇ ਜੀਵਨ ਦੇ ਰੂਪ ਜਿਹੜੇ ਨੇਗੇ ਪ੍ਰਗਟ ਹੋਏ। ਸੋ ਵਿਟੇਕਰ ਨੇ ਜਿਹੜੀ ਕਲਾਸੀਫਿਕੇਸ਼ਨ ਜਾਂ ਵਰਗੀਕਰਨ ਦਾ ਆਧਾਰ ਦਿੱਤਾ, ਉਸ 'ਚ ਸਭ ਤੋਂ ਪਹਿਲਾਂ ਮੋਨਰਾ, ਤੁਸੀਂ ਦੇਖ ਸਕਦੇ ਹੋ ਸਲਾਈਡ ਦੇ ਅੰਦਰ, ਮੋਨਰਨਸ ਦੇ ਵਿੱਚ ਕੁਝ ਜਿਹੜੇ ਆਰਗੈਨਿਜ਼ਮਸ ਸੀਗੇ, ਕੁਝ ਜੀਵ ਸੀਗੇ। ਉਸ ਤੋਂ ਬਾਅਦ ਪ੍ਰੋਟਿਸਟਾ ਤੋਂ ਅੱਗੇ ਪਲਾਂਟੀ, ਫਿਰ ਫੰਜਾਈ, ਫਿਰ ਐਨੀਮੇਲੀਆ। ਯਾਨੀ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਜੀਵ ਵਿਕਾਸ ਸਟਾਰਟ ਇੱਥੋਂ ਵਰਗੀਕਰਨ ਹੋਇਆ ਵਿਟੇਕਰ ਦੀ ਕਲਾਸੀਫਿਕੇਸ਼ਨ ਦੇ ਵਰਗੀਕਰਨ ਦੇ ਅਕੋਰਡਿੰਗਲੀ, ਸਭ ਤੋਂ ਪਹਿਲਾਂ ਮੋਨਰਾ ਤੋਂ ਸ਼ੁਰੂਆਤ ਹੋਈ। ਤਾਂ ਸਰੀਰਕ ਸੰਗਠਨ ਦੇ ਸੈੱਲ ਤੋਂ ਇਲਾਵਾ ਹੋਰ ਵੀ ਆਧਾਰ ਰੱਖੇ ਗਏ, ਜਿਵੇਂ ਕਿ ਸਰੀਰਕ ਸੰਗਠਨ ਕੀ ਜੀਵ ਹੈ ਜਿਹੜਾ ਉਹ ਇੱਕ ਸੈਲੀ ਹੋਵੇਗਾ ਜਾਂ ਬਹੁ ਸੈਲੀ ਹੋਵੇਗਾ। ਇਸੇ ਤਰ੍ਹਾਂ ਪੋਸ਼ਣ ਦੇ ਤਰੀਕੇ ਵੀ ਜੀਵ ਆਪਣਾ ਪੋਸ਼ਣ ਕਿੱਦਾਂ ਲੈ ਰਿਹਾ ਹੈ। ਜਿਵੇਂ ਇੱਥੇ ਉਦਾਹਰਣ ਦਿੱਤੀ ਹੋਈ ਆ ਵੀ ਸੋਖਣ ਜਿਹੜੀ ਹੈਗੀ ਆ ਕਿਸਮ ਦੀ ਜਿਹੜੀ ਪੋਸ਼ਣ ਆ, ਉਹ ਉੱਲੀਆਂ ਦੇ ਵਿੱਚ, ਫੰਜਾਈ ਜਿਹੜੇ ਗਰੁੱਪ ਦੇ ਜੀਵ ਨੇਗੇ ਉਹਨਾਂ ਦੇ ਵਿੱਚ ਪਾਈ ਜਾਂਦੀ ਆ। ਪ੍ਰਕਾਸ਼ ਸੰਸਲੇਸ਼ਣ ਜੇ ਆਪਾਂ ਦੇਖ ਸਕਦੇ ਹਾਂ ਤਾਂ ਪੌਦਾ ਜਗਤ ਦੇ ਜਿੰਨੇ ਵੀ ਮੈਂਬਰ ਨੇ ਉਹਨਾਂ ਦੇ ਵਿੱਚ ਹੋ ਰਹੀ ਆ। ਤੇ ਕੁਝ ਸੂਖਮ ਜੀਵ ਨੇ ਜਿਨ੍ਹਾਂ ਨੂੰ ਅਸੀਂ ਨੰਗੀ ਅੱਖ ਦੇ ਨਾਲ ਨਹੀਂ ਦੇਖ ਸਕਦੇ, ਜਿਨ੍ਹਾਂ ਦੇ ਵਿੱਚੋਂ ਸਾਡੇ ਕੋਲ ਨੀਲੀ ਹਰੀ ਇਕਾਈ ਆ ਗਈ, ਸਾਇਨੋਬੈਕਟੀਰੀਆ ਜਿਹਨੂੰ ਕਹਿ ਸਕਦੇ ਹਾਂ ਆਪਾਂ, ਤੇ ਕੁਝ ਯੂਗਲੀਨਾ ਵਗੈਰਾ ਵਰਗੇ ਜਿਹੜੇ ਪ੍ਰੋਟਿਸਟਨ ਨੇ, ਉਹਨਾਂ ਦੇ ਵਿੱਚ ਵੀ ਕਲੋਰੋਪਲਾਸਟ ਮੌਜੂਦ ਹੁੰਦੇ ਆ ਜਿਹੜੇ ਪ੍ਰਕਾਸ਼ ਸੰਸਲੇਸ਼ਣ ਦੇ ਲਈ ਯੋਗ ਹੋ ਸਕਦੇ ਆ। ਤੇ ਠੋਸ ਆਹਾਰੀ ਦੇ ਵਿੱਚ ਦੇਖਦੇ ਆ ਜਿਹੜੇ ਠੋਸ ਭੋਜਨ ਗ੍ਰਹਿਣ ਕਰਦੇ ਆ, ਚਾਹੇ ਉਹ ਅਮੀਬਾ, ਚਾਹੇ ਉਹ ਮਨੁੱਖ ਆ ਜਾਂ ਕੋਈ ਹੋਰ ਜੰਤੂ ਆ, ਉਹ ਸਾਰੇ ਇਹਨਾਂ ਦੇ ਵਿੱਚ ਆ ਜਾਂਦੇ ਨੇ। ਪੋਸ਼ਣ ਦੇ ਤਰੀਕਿਆਂ ਦੇ ਨਾਲ ਅਸੀਂ ਉਹਨਾਂ ਦਾ ਵਰਗੀਕਰਨ ਵੀ ਕਰ ਸਕਦੇ ਹਾਂ। ਸੋ ਪਿਆਰੇ ਵਿਦਿਆਰਥੀਓ, ਤੁਸੀਂ ਦੇਖ ਸਕਦੇ ਹੋ ਆਪਣੀ ਸਲਾਈਡ ਦੇ ਉੱਤੇ ਕਿ ਵਰਗੀਕਰਨ ਜਦੋਂ ਸਜੀਵਾਂ ਦਾ ਕੀਤਾ ਗਿਆ ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਦੋ ਸ਼੍ਰੇਣੀਆਂ, ਜਿਵੇਂ ਪ੍ਰੋਕੈਰੀਓਟ ਅਤੇ ਯੂਕੈਰੀਓਟ, ਜਿਵੇਂ ਕਿ ਤੁਹਾਨੂੰ ਸੈੱਲ ਸੰਰਚਨਾ ਦੇ ਆਧਾਰ ਤੇ ਦੱਸਿਆ ਹੀ ਜਾ ਚੁੱਕਿਆ ਹੈ। ਇਸੇ ਤਰ੍ਹਾਂ ਪ੍ਰੋਕੈਰੀਓਟਸ ਦੇ ਅੰਦਰ ਮੋਨਰਨਸ ਦੇ ਵਿੱਚ ਵਿਭਾਜਿਤ ਕੀਤੇ ਗਏ ਜਿਹੜੇ ਜੀਵ ਸੀ। ਮੋਨਰਨ ਦੇ ਵਿੱਚ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਬੈਕਟੀਰੀਆਜ਼, ਸਾਇਨੋਬੈਕਟੀਰੀਆ ਜਿਹਨੂੰ ਅਸੀਂ ਨੀਲੀ ਹਰੀ ਕਾਈ, ਬਲੂ ਗ੍ਰੀਨ ਐਲਗੀ ਕਹਿ ਦਿੰਦੇ ਆ, ਇੱਕ ਸੈਲੀ ਜੀਵ ਨੇ। ਇਹਨਾਂ ਦੇ ਜਿਹੜੇ ਕੇਂਦਰਕ ਨੇ ਉਹ ਸੰਗਠਿਤ ਨਹੀਂ ਹੁੰਦੇ। ਸੋ ਸਾਰੇ ਮੋਨਰਨਸ ਹੈ ਜਿਹੜੇ ਉਹ ਪ੍ਰੋਕੈਰੀਓਟਸ ਦੇ ਵਿੱਚ ਸਭ ਤੋਂ ਪਹਿਲਾਂ ਵਰਗੀਕ੍ਰਿਤ ਕੀਤੇ ਗਏ, ਤਾਂ ਕਿ ਉਹਨਾਂ ਦਾ ਅਧਿਐਨ ਕੱਲਾ ਨਾ ਕਰਨਾ ਪਵੇ। ਅਸੀਂ ਮੋਨਰਨ ਕਲਾਸ ਦੇ ਕਰੈਕਟਰਿਸਟਿਕਸ ਜਾਂ ਲੱਛਣ ਪੜ੍ਹ ਲਈਏ ਤੇ ਸਾਨੂੰ ਸਾਰੇ ਉਹ ਜੀਵਾਂ ਦੇ ਲੱਛਣ ਯਾਦ ਹੋ ਜਾਣ ਜਿਹੜੇ ਮੋਨਰਨਸ ਦੇ ਵਿੱਚ ਪੈਂਦੇ ਨੇ। ਇਸੇ ਪ੍ਰਕਾਰ ਜੋਸ਼ੀ ਜੀ, ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਕਿ ਮੋਨੀਰਾ ਦੇ ਵਿੱਚ ਦੁਨੀਆ ਦੇ ਸਭ ਤੋਂ ਛੋਟੇ ਸੈੱਲਾਂ ਵਾਲੇ ਜੀਵ ਪਾਏ ਜਾਂਦੇ ਆ, ਜਿਨ੍ਹਾਂ ਨੂੰ ਅਸੀਂ ਮਾਈਕੋਪਲਾਜ਼ਮਾ ਵੀ ਕਹਿੰਦੇ ਆ, PPLO ਵੀ ਕਹਿ ਦਿੰਦੇ ਆ। ਉਹ ਮੋਨੀਰਾ ਜਿਹੜੇ ਨੇਗੇ ਇਸ ਸੰਗਠਨ ਦੇ ਮੈਂਬਰ ਨੇ। ਵੈਰੀ ਨਾਈਸ ਬੱਚੋ, ਤੁਸੀਂ ਇਹ ਯਾਦ ਕਰ ਸਕਦੇ ਹੋ। ਬਹੁਤ ਹੀ ਇਮਤਿਹਾਨਾਂ ਦੇ ਵਿੱਚ ਪ੍ਰਸ਼ਨ ਪੁੱਛਿਆ ਗਿਆ ਹੈ ਕਿ ਸਭ ਤੋਂ ਛੋਟੇ ਜੀਵ ਕਿਹੜੇ ਨੇ, ਤਾਂ ਸਰ ਨੇ ਦੱਸਿਆ ਵੀ ਮਾਈਕੋਪਲਾਜ਼ਮਾ, ਜਿਨ੍ਹਾਂ ਨੂੰ PPLO ਪਲੂਰੋ ਨਿਮੋਨੀਆ ਲਾਈਕ ਆਰਗੈਨਿਜ਼ਮਸ ਵੀ ਕਿਹਾ ਜਾਂਦਾ ਹੈ, ਇਸ ਸਭ ਤੋਂ ਛੋਟੇ ਜੀਵ ਨੇ, ਮੋਨਰਨਸ ਦੇ ਵਿੱਚ ਆਉਂਦੇ ਨੇ। ਸੋ ਯੂਕੈਰੀਓਟਸ ਦੇ ਵਿੱਚ ਸਭ ਤੋਂ ਪਹਿਲਾਂ
ਪ੍ਰੋਟਿਸਟਾ, ਫੰਜਾਈ, ਪਲਾਂਟੀ ਜਿਸ ਦੇ ਵਿੱਚ ਸਾਰੇ ਪਲਾਂਟ ਕਿੰਗਡਮ ਪੂਰੀ ਪੌਦਿਆਂ ਦੀ ਸ਼੍ਰੇਣੀਆਂ ਆ ਜਾਂਦੀਆਂ ਨੇ, ਤੇ ਫਿਰ ਐਨੀਮੇਲੀਆ ਫੰਜਾਈ ਦੇ ਵਿੱਚ ਸਾਰੀਆਂ ਉੱਲੀਆਂ। ਇਸੇ ਪ੍ਰਕਾਰ ਤੁਸੀਂ ਦੇਖ ਸਕਦੇ ਹੋ ਕਿ ਵਰਗੀਕਰਨ ਸਮੂਹਾਂ ਦਾ ਪਦਕ੍ਰਮ ਕਿੰਗਡਮ ਕਲਾਸੀਫਿਕੇਸ਼ਨ ਇਸ ਤਰੀਕੇ ਨਾਲ ਹੈ ਕਿ ਸਭ ਤੋਂ ਪਹਿਲਾਂ ਜੀਵਾਂ ਨੂੰ ਕਿੰਗਡਮ, ਫਿਰ ਵਰਗ, ਫਿਰ ਗੁਣ, ਫਿਰ ਕੁਲ, ਵੰਸ਼, ਜਾਤੀ। ਜਸਵੀਰ ਜੀ, ਮੈਂ ਪੁੱਛਣਾ ਚਾਹੁੰਦਾ ਸੀ ਕਿ ਸਾਡੇ ਬੱਚੇ ਜ਼ਰੂਰ ਇਹ ਜਾਣਨਾ ਚਾਹੁੰਦੇ ਹੋਣਗੇ ਵੀ ਆਪਾਂ ਇੰਨੀਆਂ ਜ਼ਿਆਦਾ ਡਾਈਵਰਸਿਫਿਕੇਸ਼ਨ ਕਿਉਂ ਆਪਾਂ ਰੱਖੀਆਂ ਨੇ, ਵੀ ਕਿੰਗਡਮ ਹੈ, ਉਸ ਤੋਂ ਬਾਅਦ ਡਿਵੀਜ਼ਨ ਹੈ ਜਾਂ ਫਾਈਲਮ ਆਪਾਂ ਕਹਿ ਸਕਦੇ ਹਾਂ ਜਿੱਥੇ ਐਨੀਮਲਸ ਹੋਣ, ਤੇ ਜਿੱਥੇ ਪਲਾਂਟਸ ਹੈ ਉੱਥੇ ਡਿਵੀਜ਼ਨ ਕਹਿ ਸਕਦੇ ਹਾਂ, ਜਾਂ ਵਰਗ, ਫਿਰ ਗੁਣ, ਆਰਡਰ, ਫੈਮਿਲੀ। ਇਹ ਜ਼ਰੂਰ ਬੱਚਿਆਂ ਨੂੰ ਥੋੜਾ ਜਿਹਾ ਸਮਝਾਉਣ ਦੀ ਲੋੜ ਪੈਂਦੀ ਹੈ। ਮੈਂ ਇੱਥੇ ਦੱਸਣਾ ਚਾਹੂੰਗਾ ਵੀ ਜਿਹੜੇ ਵਰਗੀਕਰਨ ਆ ਇਹਨੂੰ ਆਪਾਂ 7 ਵਰਗਾਂ ਦੇ ਵਿੱਚ 7 ਲੈਵਲਸ ਦੇ ਵਿੱਚ ਜਿਹੜਾ ਵਾ ਵੰਡ ਸਕਦੇ ਆ। ਵੈਸੇ ਸਾਨੂੰ ਸ਼ੁਰੂ ਜਾਤੀ ਤੋਂ ਕਰਨਾ ਚਾਹੀਦਾ, ਛੋਟੇ ਪੱਧਰ ਤੋਂ ਕਰਨਾ ਚਾਹੀਦਾ, ਬਟ ਮੈਂ ਅੱਜ ਇੱਥੇ ਸਪੈਸ਼ਲੀ ਸ਼ੁਰੂ ਕਰੂੰਗਾ ਜਗਤ ਤੋਂ, ਕਿੰਗਡਮ ਤੋਂ ਸ਼ੁਰੂ ਕਰਕੇ ਮੈਂ ਹੇਠਾਂ ਜਾਤੀ ਵੱਲ ਨੂੰ ਆਉਣਾ ਚਾਹੂੰਗਾ। ਹੁਣ ਤੁਹਾਡੇ ਸਾਹਮਣੇ ਕੁਝ ਇੱਥੇ ਖਿਡੌਣੇ ਜਿਹੜੇ ਨੇਗੇ ਜੰਤੂ ਰੱਖੇ ਗਏ ਨੇ ਖਿਡੌਣਿਆਂ ਦੇ ਰੂਪ ਦੇ ਵਿੱਚ। ਤੁਸੀਂ ਇਹਦੇ ਵਿੱਚ ਦੇਖੋ, ਥੋੜਾ ਸਮਾਂ ਲਾਓ ਇਹਦੇ ਉੱਪਰ, ਇਹਦੇ ਵਿੱਚ ਤੁਹਾਨੂੰ ਪਤਾ ਲੱਗੂਗਾ ਵੀ ਕਿਤੇ ਪੰਛੀ ਵੀ ਨੇ, ਕਿਤੇ ਸ਼ਾਕਾਹਾਰੀ ਜੀਵ ਵੀ ਨੇ, ਕਿਤੇ ਸ਼ਿਕਾਰੀ ਜਾਨਵਰ ਵੀ ਨੇ, ਤੇ ਕਿਤੇ ਕੀਟ ਪਤੰਗੇ ਵੀ ਨੇ, ਤੇ ਕਿਤੇ ਮੱਛਲੀ ਜਿਹੜੀ ਆ ਜਾਣੀ ਕਿ ਆਪਣੇ ਜਲਈ ਜੀਵ ਜਿਹੜੇ ਨੇ ਉਹ ਵੀ ਰੱਖੇ ਗਏ ਨੇ। ਤੇ ਇਹ ਸਾਰਾ ਜਿਹੜਾ ਵਾ ਆਪਾਂ ਦੇਖ ਸਕਦੇ ਆ ਵੀ ਇੱਕ ਜਗਤ ਰੀਪ੍ਰੈਜ਼ੈਂਟ ਕਰ ਰਹੇ ਆ, ਜਿਹਨੂੰ ਅਸੀਂ ਕੀ ਕਹਿ ਸਕਦੇ ਆ, ਐਨੀਮਲੀਆ ਕਿੰਗਡਮ ਜਾਂ ਜੰਤੂ ਜਗਤ ਜਿਹੜਾ ਵੀ ਆ, ਜੰਤੂ ਜਗਤ ਜਾਂ ਐਨੀਮਲ ਕਿੰਗਡਮ ਦੇ ਵਿੱਚ ਆਪਾਂ ਇਹਨੂੰ ਦੱਸ ਸਕਦੇ ਆ, ਐਨੀਮਲ ਕਿੰਗਡਮ। ਤੇ ਜੇ ਆਪਾਂ ਥੋੜਾ ਜਿਹਾ ਘੱਟ ਪੱਧਰ ਤੇ ਆਉਣਾ ਹੋਵੇ, ਇਹ ਤਾਂ ਸਭ ਤੋਂ ਵੱਡੇ ਪੱਧਰ ਦੀ ਜਿਹੜੀ ਵਰਗੀਕਰਨ ਦੀ ਗੱਲ ਕਰ ਲਈ ਆਪਾਂ। ਜੇ ਹੁਣ ਅਸੀਂ ਫਾਈਲਮ ਦੇ ਵਿੱਚ ਆਉਣਾ ਹੋਵੇ ਜੰਤੂਆਂ ਦੇ ਲਈ, ਜਿਵੇਂ ਤੁਸੀਂ ਦੱਸ ਕੇ ਹਟੇ ਹੋ ਵੀ ਉਹ ਕੀ ਹੁੰਦਾ ਵਾ, ਫਾਈਲਮ ਹੁੰਦਾ, ਤੇ ਪੌਦਿਆਂ ਦੇ ਵਿੱਚ ਜਿਹੜਾ ਉਦੋਂ ਜਗਤ ਤੋਂ ਨੀਚੇ ਵਾਲਾ ਜਿਹੜਾ ਹੁੰਦਾ ਡਿਵੀਜ਼ਨ ਹੁੰਦਾ, ਠੀਕ ਹੈ ਜੀ। ਤੇ ਆਪਾਂ ਹੁਣ ਇਹਦੇ ਵਿੱਚੋਂ ਫਾਈਲਮ ਆ ਜਿਹੜਾ ਆਪਾਂ ਰੀੜਧਾਰੀ ਜਾਨਵਰ ਲੈਨੇ ਆ, ਯਾਨੀ ਰੀੜਧਾਰੀ ਤੇ ਅਰੀੜਧਾਰੀ। ਹਾਂਜੀ, 2 ਫਾਈਲਮ ਆਪਾਂ ਨੇ ਕੋਰਡੇਟਾ, ਨਾਨ ਕੋਰਡੇਟਾ ਦੇ ਹਿਸਾਬ ਨਾਲ, ਵਰਟੀਬ੍ਰੇਟਾ ਤੇ ਨਾਨ ਵਰਟੀਬ੍ਰੇਟਾ, ਜਾਂ ਕੋਰਡੇਟਾ, ਨਾਨ ਕੋਰਡੇਟਾ, ਜੋ ਵੀ ਆਪਾਂ ਕਹਿ ਸਕਦੇ ਆ। ਵਰਟੀਬ੍ਰੇਟਾ। ਮੈਂ ਇੱਥੋਂ ਕੁਝ ਜੰਤੂਆਂ ਨੂੰ ਹਟਾ ਰਿਹਾ, ਜਿਵੇਂ ਇਹ ਸਾਰੇ ਜਿਹੜੇ ਜੰਤੂ ਨੇਗੇ, ਇੱਕ ਨੇਗੇ ਬੀਟਲ, ਕੁਝ ਇਨਸੈਕਟਸ ਹੋਰ ਨੇ, ਸਪਾਈਡਰਸ ਨੇ। ਇਹ ਸਾਰੇ ਜਿਹੜੇ ਜੰਤੂ ਨੇ ਇਹਨਾਂ ਦੇ ਵਿੱਚ ਰੀੜ ਜਿਹੜੀ ਆ, ਰੀੜ ਦੀ ਹੱਡੀ ਮੌਜੂਦ ਨਹੀਂ ਹੁੰਦੀ, ਕਿਉਂਕਿ ਇਹ ਉਸ ਫਾਈਲਮ ਦੇ ਵਿੱਚ ਬਿਲੋਂਗ ਨਹੀਂ ਕਰਦੇ, ਅਰੀੜਧਾਰੀ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਹੁਣ ਅਸੀਂ ਅੱਗੇ ਵਰਗ ਦੀ ਗੱਲ ਕਰ ਲਾਂਗੇ। ਇਸ ਕਰਕੇ ਕਹਿਣ ਦੀ ਗੱਲ ਹੈ ਕਿ ਕਿੰਗਡਮ ਤੋਂ ਬਾਅਦ ਹੁਣ ਜਿਹੜਾ ਫਾਈਲਮ ਹੈ, ਹੁਣ ਇਹਨਾਂ ਦੇ ਫਾਈਲਮ ਤੇ ਜਿਹੜੇ ਅਸੀਂ ਬਾਹਰ ਕੱਢੇ ਆ ਉਹਨਾਂ ਦੇ ਫਾਈਲਮ ਦੋਨੋਂ ਅਲੱਗ-ਅਲੱਗ ਹੈ। ਹਾਂਜੀ, ਮੈਂ ਕੁਝ ਪੇਪਰ ਕਟਆਊਟਸ ਵੀ ਰੱਖੇ ਹੋਏ ਸੀ। ਸਭ ਤੋਂ ਪਹਿਲਾਂ ਆਪਾਂ ਨੇ ਜਗਤ ਦੀ ਗੱਲ ਕਰੀ ਸੀ, ਉਹ ਐਨੀਮਲੀਆ ਕਿੰਗਡਮ ਆਇਆ। ਤੇ ਹੁਣ ਜਿਹੜੇ ਆਪਣੇ ਕੋਲੇ ਜੰਤੂ ਇੱਥੇ ਬਚ ਚੁੱਕੇ ਨੇ ਉਹ ਫਾਈਲਮ ਦੇ ਮੈਂਬਰ ਨੇਗੇ, ਤੇ ਉਹ ਫਾਈਲਮ ਜਿਹੜਾ ਹੈਗਾ ਸਾਡੇ ਕੋਲੇ ਵਰਟੀਬ੍ਰੇਟਾ। ਇਹ ਤੋਂ ਬਾਅਦ ਜੋਸ਼ੀ ਜੀ ਤੁਸੀਂ ਜਿੰਨੇ ਵੀ ਆਹ ਅੰਡੇ ਦੇ ਕੇ ਬੱਚੇ ਪੈਦਾ ਕਰਨ ਵਾਲੇ ਜੰਤੂ ਨੇ ਉਹਨਾਂ ਨੂੰ ਇੱਥੋਂ ਹਟਾ ਸਕਦੇ ਹੋ। ਇਸ 'ਚ ਅਸੀਂ ਇਹ ਡਕਸ ਕੱਢ ਸਕਦੇ ਹਾਂ ਕਿਉਂਕਿ ਇਹ ਐਗਸ ਦਿੰਦੀਆਂ। ਫਿਸ਼ ਕੱਢ ਦੋ, ਉਹ ਸ਼ਾਰਕ ਮੱਛੀ ਵੀ ਕੱਢ ਦੋ। ਸ਼ਾਰਕ ਹੈ, ਅਸੀਂ ਉਹ ਕੱਢ ਦਿੱਤੀ ਹੈ। ਤੇ ਹੁਣ ਸਾਡੇ ਕੋਲੇ ਇੱਕ ਹੋਰ ਛੋਟਾ ਵਰਗ ਜਿਹੜਾ ਮੌਜੂਦ ਰਹੇਗਾ, ਜਿਹਨੂੰ ਅਸੀਂ ਵਰਗ ਜਾਂ ਕਲਾਸ ਹੀ ਕਹਾਂਗੇ। ਤੇ ਇਹ ਜਿਹੜੀ ਕਲਾਸ ਬਣੀ ਆ ਜਾਂ ਵਰਗ ਬਣਿਆ, ਇਹਨਾਂ ਨੂੰ ਅਸੀਂ ਵਰਗ ਦੇ ਰੂਪ ਦੇ ਵਿੱਚ ਅਸੀਂ ਇਹਨਾਂ ਨੂੰ ਥਣਧਾਰੀ ਜੀਵ ਕਹਾਂਗੇ, ਕਲਾਸ ਦੇ ਵਿੱਚ ਅਸੀਂ ਇਹਨਾਂ ਨੂੰ ਮੈਮਲੀਆ ਦੇ ਵਿੱਚ ਰੱਖਦੇ ਹਾਂ। ਠੀਕ ਹੈ ਜੀ। ਇਹ ਸਾਰੇ ਜਿੰਨੇ ਵੀ ਜਾਨਵਰ ਆਪਾਂ ਇੱਥੇ ਦੇਖ ਸਕਦੇ ਹਾਂ, ਸਾਰਿਆਂ ਦੇ ਸਰੀਰ ਦੇ ਉੱਪਰ ਜੱਤ ਹੁੰਦੀ ਆ, ਫਰ ਹੁੰਦੀ ਆ, ਜਾਂ ਕਹਿ ਸਕਦੇ ਹਾਂ ਆਪਾਂ, ਤੇ ਇਹ ਸਾਰੇ ਬੱਚੇ ਪੈਦਾ ਕਰਦੇ ਨੇ। ਠੀਕ ਹੈ ਜੋਸ਼ੀ ਜੀ, ਇਹ ਹੋ ਗਿਆ ਆਪਣੇ ਕੋਲੇ ਫਾਈਲਮ। ਉਹ ਤੋਂ ਅੱਗੇ ਜਿਹੜਾ ਹੈਗਾ ਵਾ ਆਪਣੇ ਕੋਲੇ ਕਲਾਸ ਸੀ ਇਹ। ਹਾਂਜੀ, ਹੁਣ ਆਰਡਰ ਦੀ ਗੱਲ ਕਰੀਏ ਆਪਾਂ। ਆਰਡਰ ਹੁਣ ਆਪਾਂ ਇਹਨਾਂ ਦੇ ਖਾਣ ਪੀਣ ਦੀ ਜਿਹੜੀ ਹੈਗੀ ਆ ਸੁਭਾਅ ਦੇ ਉੱਪਰ ਗੱਲ ਕਰਾਂਗੇ, ਕਿਹੋ ਜਿਹਾ ਭੋਜਨ ਲੈਂਦੇ ਆ ਇਹ। ਠੀਕ ਹੈ, ਜਿੰਨੇ ਵੀ ਸ਼ਾਕਾਹਾਰੀ ਨੇ ਜਾਂ ਪੇੜ ਪੌਦੇ ਤੋਂ ਆਪਣਾ ਭੋਜਨ ਪ੍ਰਾਪਤ ਕਰਦੇ ਆ, ਅਸੀਂ ਉਹਨਾਂ ਨੂੰ ਉੱਥੋਂ ਹਟਾ ਰਹੇ ਆ। ਉਹ ਰਾਨ ਗਟਾਨ ਵੀ ਹਟਾ, ਕਾਓ ਹੋ ਗਈ ਇਹਨਾਂ ਚੋਂ, ਉਹ ਵੀ ਹਟਾ ਲਓ। ਹੁਣ ਦੇਖਦੇ ਆ ਆਪਾਂ, ਜਿਵੇਂ ਅਸੀਂ ਨੀਚੇ ਨੂੰ ਆ ਰਹੇ ਆ, ਜਗਤ ਦੇ ਵੇਲੇ ਸਾਡੇ ਕੋਲੇ ਕਿੰਨੇ ਸਾਰੇ ਜੰਤੂ ਪਏ ਸੀ, ਤੇ ਜਿਵੇਂ ਜਿਵੇਂ ਅਸੀਂ ਹੁਣ ਇੱਥੇ ਆਰਡਰ ਤੱਕ ਪਹੁੰਚੇ ਆ, ਗਣ ਤੱਕ ਪਹੁੰਚੇ ਆ, ਤਾਂ ਸਾਡੇ ਕੋਲੇ ਜਿਹੜੀ ਇਹਨਾਂ ਦੀ ਗਿਣਤੀ ਕਾਫੀ ਘਟ ਰਹੀ ਆ। ਠੀਕ ਹੈ ਜੀ। ਇਹ ਸਾਰੇ ਮਾਸਾਹਾਰੀ, ਹਾਂ ਇਹ ਸਾਰੇ ਮਾਸਾਹਾਰੀ ਨੇ, ਤੇ ਇਹਨੂੰ ਅਸੀਂ ਕਾਰਨੀਵੋਰਾ ਦੇ ਵਿੱਚ ਰੱਖ ਸਕਦੇ ਹਾਂ। ਆਰਡਰ ਜਿਹੜਾ ਹੈਗਾ ਕਾਰਨੀਵੋਰਾ, ਮਾਸਾਹਾਰੀ ਆਰਡਰ ਦੇ ਵਿੱਚ ਅਸੀਂ ਇਸ ਨੂੰ ਰੱਖਿਆ।
ਹੁਣ ਮਾਸਾਹਾਰੀ ਚੋਂ ਵੀ ਅੱਗੇ ਇਹਨਾਂ ਦੀ ਹੁਣ ਸੈਗਰੀਗੇਸ਼ਨ, ਇਹਨਾਂ ਦੀ ਹੋਰ ਛੋਟੀ ਜਿਹੀ ਆਪਾਂ ਜਿਹੜੀ ਆ ਵਰਗੀਕਰਨ ਦੇ ਵੱਲ ਲੈ ਕੇ ਆਉਨੇ ਆ। ਇਹਦੇ ਵਿੱਚੋਂ ਸਰ ਆਪਾਂ ਇਹਨਾਂ ਨੂੰ ਹਟਾ ਦਈਏ, ਇਹ ਵੈਸੇ ਤਾਂ ਫੌਕਸ ਕਹਿੰਦੇ ਆ, ਲੂੰਬੜੀ ਕਹਿੰਦੇ ਆ ਇਹਨੂੰ, ਆਪਾਂ ਇਹਨਾਂ ਦੇ ਨਾਲੋਂ ਅਲੱਗ ਕਰ ਦਿੱਤਾ। ਬਾਕੀ ਜਿਹੜੇ ਰਹਿ ਗਏ ਨੇ ਹੁਣ ਆਪਣੇ ਕੋਲੇ, ਸਾਡੇ ਕੋਲ ਟਾਈਗਰਸ ਹੈ ਤੇ ਲਾਇਨਸ ਹੈ। ਹਾਂਜੀ, ਤੇ ਇਹ ਸੇਮ ਇਹ ਆ ਗਿਆ ਆਪਣੇ ਕੋਲੇ ਵਰਗੀਕਰਨ ਦਾ ਇੱਕ ਹੋਰ ਛੋਟਾ ਪੱਧਤੀ ਆ ਗਈ ਆ, ਲੈਵਲ ਆ ਗਿਆ, ਜਿਹਨੂੰ ਅਸੀਂ ਕੀ ਕਹਿੰਦੇ ਆ, ਕੁੱਲ ਜਾਂ ਫੈਮਿਲੀ। ਠੀਕ ਹੈ ਜੀ, ਇਹ ਫੈਮਿਲੀ ਜਿਹੜੀ ਹੈਗੀ ਆ ਸਾਡੇ ਕੋਲੇ ਸਾਰੀ ਫੈਲੀਡੇ ਆ, ਫੈਲੀਡੇ ਫੈਮਿਲੀ, ਫਲਾਈਨ ਫੈਮਿਲੀ, ਹਾਂਜੀ ਫਲਾਈਨ ਕੈਟਸਵੀਸ ਫੈਮਿਲੀ। ਬਿਲਕੁਲ ਜੀ ਸਰ, ਬਿਲਕੁਲ। ਹਾਂਜੀ, ਤੇ ਹੁਣ ਇਹ ਤੋਂ ਇੱਕ ਹੋਰ ਛੋਟੇ ਲੈਵਲ ਦੇ ਉੱਪਰ ਆਪਾਂ ਨੇ ਪਹੁੰਚਣਾ, ਜੀਨਸ ਇਹਨਾਂ ਦਾ। ਹਾਂਜੀ, ਜੀਨਸ ਵੀ ਇਹਨਾਂ ਦਾ ਹੁਣ ਸੇਮ ਹੈ। ਹਾਂਜੀ, ਤੇ ਹੁਣ ਇਹ ਤਿੰਨ ਰਹਿ ਗਏ ਸਾਡੇ ਕੋਲੇ, ਟਾਈਗਰ ਨੇ ਤੇ ਲਾਇਨਸ ਨੇ। ਤੇ ਇਹਨਾਂ ਦਾ ਜੇ ਆਪਾਂ ਦੇਖੀਏ, ਇਹਨਾਂ ਦਾ ਜਿਹੜਾ ਜੀਨਸ ਆ, ਜਿਹਨੂੰ ਅਸੀਂ ਵੰਸ਼ ਕਹਿੰਦੇ ਆ, ਉਹ ਇੱਕੋ ਹੀ ਆ। ਜਿਹਨਾਂ ਦਾ ਅਸੀਂ ਨਾਮ ਦੇਖੀਏ ਤਾਂ ਇਹ ਪੈਂਥਰਾ ਲੀਓ, ਪੈਂਥਰਾ ਟਿਗਰਿਸ, ਇਹ ਵੀ ਪੈਂਥਰਾ ਟਾਈਗਰਸ, ਟਾਈਗਰ ਦਾ। ਹਾਂਜੀ, ਪਰ ਹਜੇ ਵੀ ਇਹ ਪ੍ਰਜਨਨ ਕਰ ਸਕਦੇ ਨੇ ਜੀ? ਹਾਂਜੀ ਸਰ, ਮੈਂ ਇਹੀ ਪ੍ਰਸ਼ਨ ਦੇ ਉੱਪਰ ਆਉਣ ਲੱਗਿਆ ਸੀ। ਜੇ ਆਪਾਂ ਦੇਖੀਏ, ਇੱਕ ਟਾਈਗਰ ਅਤੇ ਇੱਕ ਸ਼ੇਰ ਆਪਸ ਦੇ ਵਿੱਚ ਮੀਟਿੰਗ ਤਾਂ ਕਰ ਸਕਦੇ ਆ, ਬਟ ਜਿਹੜੇ ਉਹਨਾਂ ਦੇ ਅੱਗੇ ਔਲਾਦ ਹੋਊਗੀ, ਉਹ ਅੱਗੇ ਜਿਹੜੇ ਆ ਉਹ ਬੱਚੇ ਪੈਦਾ ਕਰਨ ਦੇ ਕਾਬਲ ਨਹੀਂ ਹੋਊਗੀ। ਕੁਦਰਤ ਦਾ ਨਿਯਮ ਆ ਵੀ ਜਿਹੜਾ ਪ੍ਰਜਨਨ ਕਿਰਿਆ ਹੈਗੀ ਆ, ਬਰੀਡਿੰਗ ਆ ਜਿਹੜੀ, ਸਿਰਫ ਉਹ ਜਾਤੀਆਂ ਤੱਕ ਹੀ ਸੀਮਿਤ ਰਹਿ ਜਾਂਦੀ ਆ। ਇਸ ਕਰਕੇ ਉਹਨੂੰ ਵੀ ਆਪਾਂ ਜੀਨਸ ਤੋਂ ਹੇਠਲੇ ਪੱਧਰ ਤੇ ਜਦੋਂ ਆਉਂਦੇ ਆ, ਜਿਹੜਾ ਸਭ ਤੋਂ ਬੁਨਿਆਦੀ ਪੱਧਰ ਆ, ਜਿਹੜਾ ਜਿਹਨੂੰ ਅਸੀਂ ਕੀ ਕਹਿੰਦੇ ਆ, ਸਪੀਸੀਜ਼, ਉਹ ਸਾਡੇ ਕੋਲ ਜਿਹੜੀ ਆ ਪੈਂਥਰਾ ਲੀਓ ਰਹਿ ਗਈ ਆ, ਜਿਹੜੇ ਆਪਸ ਚ ਰੀਪਰੋਡਿਊਸ ਕਰਨਗੇ। ਇਸ ਕਰਕੇ ਉਹਨਾਂ ਦੇ ਗੁਣਾਂ ਦੇ ਆਧਾਰ ਤੇ ਸਾਰੇ ਜੀਵਾਂ ਨੂੰ। ਤੇ ਮੈਂ ਇੱਕ ਹੋਰ ਸਰ ਇੱਥੇ ਪੇਜ ਲਿਖ ਕੇ ਬੈਠਿਆ ਜੀ। ਜੇ ਆਪਾਂ ਦੇਖੀਏ, ਜੰਤੂ ਜਗਤ ਦੇ ਵਿੱਚ ਸਾਡੇ ਕੋਲ ਇੱਕ ਸ਼ੇਰ ਦਾ ਪੂਰਾ ਐਡਰੈਸ ਬਣ ਚੁੱਕਿਆ, ਜਿਵੇਂ ਆਪਣਾ ਹਰ ਇੱਕ ਦਾ ਘਰ ਦਾ ਪਤਾ ਹੁੰਦਾ। ਠੀਕ ਹੈ ਜੀ, ਇਹਦਾ ਜਗਤ ਕੀ ਆ, ਐਨੀਮਲ ਆ। ਇਹਦਾ ਆਪਣੇ ਕੋਲੇ ਫਾਈਲਮ ਕਿਹੜਾ ਆ ਗਿਆ, ਵਰਟੀਬ੍ਰੇਟਾ, ਰੀੜਧਾਰੀਆਂ ਦੇ ਵਿੱਚ ਆ ਗਿਆ। ਇਹਦੇ ਜਿਹੜੀ ਆਪਣੇ ਕੋਲੇ ਵਰਗ ਆ, ਕਲਾਸ ਜਿਹਨੂੰ ਕਹਿੰਦੇ ਆ, ਉਹ ਮੈਮਲੀ ਆ, ਥਣਧਾਰੀ ਜੀਵਾਂ ਦੇ ਵਿੱਚੋਂ ਆ ਗਿਆ। ਇਹਦਾ ਜਿਹੜਾ ਆਰਡਰ ਜਾਂ ਗਾਣਾ, ਉਹ ਕਿਹਦੇ ਵਿੱਚੋਂ ਆ ਗਿਆ, ਮਾਸਾਹਾਰੀ ਜੀਵਾਂ ਦੇ ਵਿੱਚੋਂ ਆ ਚੁੱਕਿਆ, ਕਾਰਨੀਵੋਰਾ। ਠੀਕ ਹੈ ਜੀ, ਇਹਦੀ ਜਿਹੜੀ ਫੈਮਿਲੀ ਆ, ਜਾਂ ਜਿਹਨੂੰ ਅਸੀਂ ਕੀ ਕਹਿੰਦੇ ਆ, ਕੁੱਲ ਕਹਿੰਦੇ ਆ, ਉਹ ਫੈਲੀਡੇ ਆ ਗਈ ਆ। ਠੀਕ ਹੈ, ਤੇ ਇਹਦੀ ਜਿਹੜੀ ਹੈਗੀ ਆ ਪੈਂਥੇਰਾ ਜੀਨਸ ਆ ਗਿਆ। ਪੈਂਥੇਰਾ ਦਾ ਮਤਲਬ ਇੱਥੇ ਮੈਂ ਦੱਸਣਾ ਚਾਹੂੰਗਾ, ਕਿਉਂਕਿ ਇਹ ਸਾਰੀ ਫੈਲੀਡੇ ਜਿਹੜੀ ਹੈਗੀ ਆ ਬਿੱਲੀਆਂ ਦੀ ਫੈਮਿਲੀ ਆ, ਕੈਟ ਫੈਮਿਲੀ ਕਿਹਾ ਜਾਂਦਾ ਇਹਨੂੰ, ਆਪਾਂ ਸਿੰਪਲ ਕਹਿੰਦੇ ਆ। ਪੈਂਥੇਰਾ ਜਿਹੜੇ ਨੇਗੇ ਉਹਨਾਂ ਨੂੰ ਬਿਗ ਕੈਟਸ ਨੂੰ ਕਿਹਾ ਜਾਂਦਾ, ਤੇ ਵੱਡੀਆਂ ਜਿਹੜੀਆਂ ਬਿੱਲੀਆਂ ਨੇਗੀਆਂ ਸਾਡੇ ਕੋਲੇ ਸ਼ੇਰ, ਚੀਤੇ ਤੇ ਪੈਂਥਰਸ ਵਗੈਰਾ ਜਿਹੜੇ ਨੇ ਆ ਜਾਂਦੇ ਨੇ। ਤਾਂ ਇੱਥੇ ਜੀਨਸ ਜਿਹੜਾ ਇਹਨਾਂ ਦਾ ਆ ਗਿਆ ਪੈਂਥੇਰਾ, ਤੇ ਐਂਡ ਦੇ ਵਿੱਚ ਜਿਹੜੀ ਇਹਨਾਂ ਦੀ ਜਾਤੀ ਆ, ਪ੍ਰਜਾਤੀ ਜਾਂ ਸਪੀਸ਼ੀਜ਼ ਜਿਹੜੀ ਆ, ਉਹ ਹੈਗੀ ਆਪਣੇ ਕੋਲੇ ਲੀਓ। ਸੋ ਜਗਤ ਮੋਨਰਾ ਦੇ ਬੱਚੋ, ਜਦੋਂ ਅਸੀਂ ਲੱਛਣਾਂ ਦੀ ਗੱਲ ਕਰਦੇ ਹਾਂ ਤਾਂ ਅਸੀਂ ਕਹਿੰਦੇ ਹਾਂ ਕਿ ਇਹ ਬਹੁਤ ਪੁਰਾਤਨ ਨੇ, ਹਰੇਕ ਜਗ੍ਹਾ ਤੇ ਮੌਜੂਦ ਹੋ ਸਕਦੇ ਨੇ, ਜਿਵੇਂ ਗਰਮ ਪਾਣੀ ਦੇ ਚਸ਼ਮਿਆਂ ਦੇ ਵਿੱਚ, ਧਰੂਵੀ ਬਰਫ਼ ਹੇਠਾਂ, ਪੌਦਿਆਂ ਅਤੇ ਜੰਤੂਆਂ ਦੇ ਸਰੀਰ ਦੇ ਅੰਦਰ। ਬੱਚਿਓ, ਅਸੀਂ ਗੱਲ ਕਹਿ ਸਕਦੇ ਹਾਂ ਕਿ ਮੋਨਰਨਸ, ਜਿਨ੍ਹਾਂ ਦੇ ਵਿੱਚ ਬੈਕਟੀਰੀਆ, ਸਾਈਨੋਬੈਕਟੀਰੀਆ, ਜਿਨ੍ਹਾਂ ਨੂੰ ਨੀਲੀ ਹਰੀ ਕਾਈ ਕਹਿੰਦੇ ਆ, ਇਹਨਾਂ ਨੇ ਕਰੋੜਾਂ ਸਾਲਾਂ ਤੋਂ ਆਪਣਾ ਹੋਂਦ ਬਰਕਰਾਰ ਰੱਖੀ ਹੋਈ ਹੈ। ਤਾਂ ਕਿੰਨੀ ਅਡੈਪਟੇਬਿਲਿਟੀ ਹੋਏਗੀ ਇਹਨਾਂ ਦੇ ਵਿੱਚ। ਸੋ ਇਹ ਇੱਕ ਸੈਲੀ ਪ੍ਰੋਕੈਰੀਓਟਿਕ ਜਿਹੜੇ ਸਾਰੇ ਜੀਵ ਨੇ, ਉਹ ਮੋਨਰਨਸ ਦੇ ਵਿੱਚ ਆਣਗੇ। ਪੋਸ਼ਣ ਇਹਨਾਂ ਦਾ ਸਵੈ-ਪੋਸ਼ੀ ਵੀ ਹੋ ਸਕਦਾ ਤੇ ਪਰਪੋਸ਼ੀ ਵੀ ਹੋ ਸਕਦਾ। ਸਵੈ-ਪੋਸ਼ੀ ਦੇਖਿਆ ਜਾਵੇ ਤਾਂ ਨੀਲੀ ਹਰੀ ਕਾਈ ਆ ਜਿਹੜੀ, ਉਹ ਸਵੈ-ਪੋਸ਼ੀ ਹੈ, ਆਪਣਾ ਭੋਜਨ ਆਪ ਬਣਾਉਂਦੀ ਹੈ, ਸਿਸਟਮ ਨੂੰ ਵੀ ਆਕਸੀਜਨ ਦਿੰਦੀ ਹੈ। ਇਸ ਤਰ੍ਹਾਂ ਜੀਵਾਣੂ ਨੇ ਜਿਹੜੇ, ਉਹ ਪਰਪੋਸ਼ੀ ਵੀ ਹੈਗੇ ਆ। ਸੋ ਇਹ ਸਾਰੀ ਮੋਨਰਨਸ ਦੇ ਵਿੱਚ ਆਉਂਦੇ ਆ। ਮੋਨਰਨਸ ਦੇ ਵਿੱਚ ਅੱਗੇ ਤੁਸੀਂ ਦੇਖ ਸਕਦੇ ਹੋ ਕਿ ਐਨਾਬਿਨਾ ਤੇ ਨੋਸਟਾਕ ਦੀ ਐਗਜ਼ਾਮਪਲ ਦਿੱਤੀ ਹੋਈ ਹੈ। ਇਹ ਨਾਈਟ੍ਰੋਜਨ ਫਿਕਸੇਸ਼ਨ ਦਾ ਕੰਮ ਕਰਦੇ ਆ। ਇਹ ਪੌਦਿਆਂ ਨੂੰ ਨਾਈਟ੍ਰੋਜਨ, ਹਵਾ ਦੀ ਨਾਈਟ੍ਰੋਜਨ ਹੈ ਜਿਹੜੀ, ਉਹਨੂੰ ਸਥਿਰ ਕਰਦੇ ਆ, ਜ਼ਮੀਨ 'ਚ ਪੌਦਿਆਂ ਨੂੰ ਦਿੰਦੇ ਆ, ਤੇ ਨਾਈਟ੍ਰੋਜਨ ਸਥਿਰੀਕਰਨ ਦਾ ਕੰਮ ਇਹ ਮੋਨਰਨਸ ਦਾ। ਇਸ ਤਰ੍ਹਾਂ ਤੁਸੀਂ ਰਾਈਜ਼ੋਬੀਅਮ ਦੇਖ ਸਕਦੇ ਹੋ। ਇਹ ਅਸੀਂ ਇਕਨੋਮਿਕ ਇੰਪੋਰਟੈਂਸ ਦੀ ਗੱਲ ਕਰ ਰਹੇ ਹਾਂ ਮੋਨਰਨਸ ਦੀ, ਕਿ ਜਿਹੜੀਆਂ ਨੋਡਿਊਲਸ ਦੇਖ ਰਹੇ ਹੋ ਤੁਸੀਂ ਫਲੀਦਾਰ ਬੂਟਿਆਂ ਦੀ, ਇਹਦੇ ਅੰਦਰ ਰਾਈਜ਼ੋਬੀਅਮ ਲੈਗੂਮਿਨਿਸੈਰਮ ਨਾਮ ਦਾ ਇੱਕ ਜੀਵਾਣੂ ਰਹਿੰਦਾ, ਤੇ ਇਹ ਆਪਸ ਵਿੱਚ ਸਿੰਬਾਇਓਸਿਸ, ਇੱਕ ਸਹਿਲੀਵਤਾ ਰਿਲੇਸ਼ਨ ਹੈ ਇਹਨਾਂ ਦਾ, ਕਿ ਸਹਿਲੀਵਤਾ, ਸਹਿਜੀਵਨ, ਇੱਕ ਦੂਜੇ ਦੇ ਪਰਸਪਰ ਬੈਨੀਫਿਟ ਦਿੰਦੇ ਨੇ। ਜੀਵ ਹੈ ਜਿਹੜਾ ਮਾਈਕਰੋ ਆਰਗੈਨਿਜ਼ਮ, ਜਿਹੜਾ ਬੈਕਟੀਰੀਆ ਹੈਗਾ ਰਾਈਜ਼ੋਬੀਅਮ, ਉਹ ਕੀ ਕਰਦਾ, ਰੂਟ ਨੋਡਿਊਲਸ ਦੇ ਵਿੱਚ ਰਹਿੰਦਾ, ਤੇ ਬਦਲੇ ਦੇ ਵਿੱਚ ਰੂਟਸ ਨੂੰ ਕੀ ਦਿੰਦਾ, ਰੂਟਸ ਨੂੰ ਨਾਈਟ੍ਰੋਜਨ ਸਥਿਰ ਕਰਕੇ ਦਿੰਦਾ। ਇਸੇ ਤਰ੍ਹਾਂ ਨੀਲੀ ਹਰੀ ਕਾਈ ਬਾਰੇ ਗੱਲ ਕੀਤੀ ਗਈ ਹੈ। ਸੋ ਬੱਚਿਓ, ਮੋਨਰਨਸ ਦੇ ਵਿੱਚ ਜਿਹੜੇ ਜੀਵਾਣੂ ਆਉਂਦੇ ਨੇ, ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਜੀਵਾਣੂਆਂ ਕਰਕੇ ਹੀ ਚੀਜ਼ਾਂ ਦਾ ਅਪਘਟਨ ਹੁੰਦਾ ਹੈ।
ਇਸੇ ਤਰ੍ਹਾਂ ਮਨੁੱਖਾਂ ਦੇ ਅੰਦਰ ਈ ਕੋਲਾਈ ਨਾਮ ਦਾ ਇੱਕ ਬੈਕਟੀਰੀਆ ਜਿਹੜਾ ਇੱਕ ਸਿੰਬਾਇਓਟਿਕ ਰਿਲੇਸ਼ਨਸ਼ਿਪ ਦੇ ਵਿੱਚ ਇਸੇ ਤਰ੍ਹਾਂ ਸਹਿਜੀਵਨ ਦੇ ਵਿੱਚ ਸਹਿਲੀਵਤਾ ਦੇ ਵਿੱਚ ਰਹਿੰਦਾ, ਜਿਹੜਾ ਕੁਝ ਵਿਟਾਮਿਨ ਵਿਟਾਮਿਨ ਕੇ ਸਾਡੇ ਸਰੀਰ ਨੂੰ ਦਿੰਦਾ ਤੇ ਕਈ ਹੋਰ ਬੈਕਟੀਰੀਆ ਦੀ ਗਰੋਥ ਨਹੀਂ ਹੋਣ ਦਿੰਦਾ। ਇਸ ਪ੍ਰਕਾਰ ਮੋਨਰਨਸ ਦੀ ਸਾਡੇ ਇਸ ਜੀਵ ਜਗਤ ਵਿੱਚ ਇੱਕ ਵਿਸ਼ੇਸ਼ ਥਾਂ ਹੈ। ਉਹ ਤੋਂ ਅੱਗੇ ਆ ਜਾਂਦਾ ਆਪਣੇ ਕੋਲੇ ਪ੍ਰੋਟਿਸਟਾ, ਕਿੰਗਡਮ ਪ੍ਰੋਟਿਸਟਾ। ਤੇ ਜਿਵੇਂ ਕਿ ਜੋਸ਼ੀ ਸਰ ਨੇ ਪਹਿਲਾਂ ਸਾਨੂੰ ਦੱਸਿਆ ਹੋਇਆ ਵੀ ਇਹਦੇ ਵਿੱਚ ਇੱਕ ਵੈਲ ਸੰਗਠਿਤ ਜਾਂ ਵੈਲ ਡਿਫਾਈਨਡ ਨਿਊਕਲੀਅਸ ਹੁੰਦਾ, ਪੂਰੀ ਤਰ੍ਹਾਂ ਸੰਗਠਿਤ ਕੇਂਦਰਕ ਹੁੰਦਾ। ਇਹਨਾਂ ਦੇ ਵਿੱਚ ਜਿੰਨੇ ਵੀ ਜੀਵ ਨੇ ਜਾਂ ਮੈਂਬਰ ਨੇ ਪ੍ਰੋਟਿਸਟਾ ਦੇ ਸਾਰੇ ਇੱਕ ਸੈੱਲ ਹੀ ਹੁੰਦੇ ਨੇ। ਤੇ ਪੋਸ਼ਣ ਦੇ ਵਜੋਂ ਇਹ ਪਰਪੋਸ਼ੀ ਵੀ ਨੇ, ਸਵੈਪੋਸ਼ੀ ਵੀ ਨੇ, ਠੀਕ ਹੈ ਜੀ। ਤੇ ਜਿਹੜੀ ਆਪਣੇ ਕੋਲੇ ਸਵੈਪੋਸ਼ੀ ਪੋਸ਼ਣ ਆ ਉਹਦੇ ਆਪਾਂ ਕਲਮਾਈਡੋਮੋਨਸ ਇੱਕ ਸੈੱਲੀ ਇਕਾਈ ਦੀ ਉਦਾਹਰਨ ਲੈ ਸਕਦੇ ਆ। ਪਰਪੋਸ਼ੀ ਦੇ ਵਿੱਚ ਆਪਾਂ ਸਭ ਤੋਂ ਕਲਾਸੀਕਲ ਐਗਜ਼ਾਮਪਲ ਸਾਡੇ ਕੋਲੇ ਅਮੀਬਾ ਦੀ ਆ, ਜੋ ਅੱਜ ਕੱਲ੍ਹ ਆਪਾਂ ਸਰ ਤੁਹਾਨੂੰ ਵੀਡੀਓ ਪਲੇ ਕਰਕੇ ਵੀ ਦਿਖਾਉਣਗੇ। ਤੇ ਨੈਕਸਟ ਆਪਾਂ ਦੇਖਦੇ ਹਾਂ ਵੀ ਇਹਦੇ ਵਿੱਚ ਜਿਹੜੇ ਹੋਰ ਇਹਨਾਂ ਦੇ ਲੱਛਣ ਨੇ ਉਹ ਕੀ ਨੇਗੇ, ਗਤੀ ਕਰਨ ਵਾਲੇ ਅੰਗ ਨੇ। ਅਮੀਬਾ ਜਿਹੜਾ ਜੀਵ ਆ ਉਹ ਆਪਣੇ ਗਤੀ ਕਰਨ ਦੇ ਲਈ ਆਭਾਸੀ ਪੈਰਾਂ ਦਾ ਇਸਤੇਮਾਲ ਕਰਦਾ। ਤੇ ਬਾਕੀ ਜਿਹੜੇ ਪ੍ਰੋਟਿਸਟਨ ਨੇ, ਪ੍ਰੋਟਿਸਟਾ ਦੇ ਮੈਂਬਰ ਨੇ, ਉਹ ਸਿਲੀਆ ਜਾਂ ਫਲੈਜਲਾ ਦੇ ਨਾਲ ਆਪਣੀ ਜਿਹੜੀ ਆ ਗਤੀ ਕਰਦੇ ਆ। ਆਵਾਸ, ਇਹਨਾਂ ਨਿਵਾਸ ਸਥਾਨ ਕਿਹੜਾ ਹੈਗਾ ਵਾ, ਜ਼ਿਆਦਾਤਰ ਇਹ ਤਾਜ਼ੇ ਪਾਣੀ ਦੇ ਸਰੋਤਾਂ ਦੇ ਵਿੱਚ ਪਾਏ ਜਾਂਦੇ ਆ, ਸਿੱਲੀ ਮਿੱਟੀ ਦੇ ਵਿੱਚ ਪਾਏ ਜਾਂਦੇ ਆ, ਪੌਦਿਆਂ ਤੇ ਜੰਤੂਆਂ ਦੇ ਸਰੀਰਾਂ ਦੇ ਵਿੱਚ ਵੀ ਪਾਏ ਜਾਂਦੇ ਆ। ਇਹ ਦੇਖੋ ਬੱਚਿਓ, ਅਸੀਂ ਦੇਖ ਸਕਦੇ ਹਾਂ ਕਿ ਜਿਹੜੇ ਪ੍ਰੋਟਿਸਟ ਦੀ ਗੱਲ ਕੀਤੀ ਗਈ ਹੈ, ਇਹ ਜਿਹੜੇ ਪੈਰਾਮੀਸ਼ੀਅਮਸ ਹੁੰਦੇ ਆ, ਪੈਰਾਮੀਸ਼ੀਅਮ ਤੁਸੀਂ ਹੁਣੀ ਪੜ੍ਹੋ, ਪੰਜਾਬ ਪੜ੍ਹਾਓ ਪੰਜਾਬ ਦੇ ਵਿੱਚ ਕਿਰਿਆਵਾਂ ਕਰਕੇ ਦੇਖੀਆਂ ਨੇ ਸਾਰੀਆਂ। ਤਾਂ ਇਹ ਕਿਰਿਆਵਾਂ ਦੇ ਦੌਰਾਨ ਤੁਸੀਂ ਦੇਖਿਆ ਸਾਰਾ ਵੀ ਪੈਰਾਮੀਸ਼ੀਅਮ ਦੀ ਕਿਵੇਂ ਆਪਾਂ ਸਲਾਈਡ ਤਿਆਰ ਕੀਤੀ ਸੀ। ਇਸੇ ਤਰ੍ਹਾਂ ਆਪਾਂ ਅਮੀਬਾ ਦੀ ਸਲਾਈਡ ਤਿਆਰ ਕੀਤੀ ਸੀ। ਯੁਗਲੀਨਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਪਾਇਆ ਜਾਂਦਾ। ਇਸੇ ਤਰ੍ਹਾਂ ਯੁਗਲੀਨਾ ਹੋ ਗਿਆ, ਪੈਰਾਮੀਸ਼ੀਅਮ ਹੋ ਗਿਆ, ਇਹ ਸਾਰੇ ਪ੍ਰੋਟਿਸਟ ਨੇ। ਇਹ ਹੁਣ ਯੂਨੀਸੈਲੂਲਰ ਤਾਂ ਹੈਗੇ ਆ, ਪਰੰਤੂ ਯੂਨੀਸੈਲੂਲਰ ਹੋਣ ਦੇ ਨਾਲ ਨਾਲ ਇਹਨਾਂ ਦੀਆਂ ਜਿਹੜੀਆਂ ਮੈਂਬਰੇਨ ਬਾਉਂਡ ਆਰਗੇਨੈਲਿਜ਼ ਹੈ, ਯੂਕੈਰੀਓਟਿਕ ਵੀ ਹੈ, ਇਹਨਾਂ ਦੇ ਸੰਗਠਿਤ ਕੇਂਦਰਕ ਨੇ। ਸੋ ਇਹ ਇੱਕ ਸੈਲੀ ਨੇ। ਇਹਨਾਂ ਦਾ ਪੋਸ਼ਣ ਹੈ ਜਿਹੜਾ ਉਹ ਸਵੈਪੋਸ਼ੀ ਆ, ਤੇ ਜ਼ਿਆਦਾਤਰ ਇਹਨਾਂ ਦਾ ਆਵਾਸ ਹੈ ਜਿਹੜਾ ਉਹ ਇसी ਪ੍ਰਕਾਰ ਜ਼ਿਆਦਾਤਰ ਤੁਸੀਂ ਦੇਖ ਲਿਆ ਵੀ ਕਿੰਗਡਮ ਪ੍ਰੋਟਿਸਟਾ ਦੇ ਵਿੱਚ ਅਮੀਬਾ, ਪੈਰਾਮੀਸ਼ੀਅਮ, ਯੁਗਲੀਨਾ ਦੇ ਬਾਰੇ ਇੱਕ ਹੋਰ ਖਾਸ ਗੱਲ ਹੈ ਕਿ ਯੁਗਲੀਨਾ ਜਿਹੜਾ ਉਹ ਇੱਕ ਕਨੈਕਟਿੰਗ ਲਿੰਕ ਦੇ ਤੌਰ ਤੇ ਵੀ ਹੈ, ਵੀ ਇਹ ਪੌਦਿਆਂ 'ਚ ਵੀ ਹਾਂਜੀ, ਪੌਦਿਆਂ ਦੇ ਵਿੱਚ ਵੀ ਸ਼ਮੂਲੀਅਤ ਕਰਦਾ ਤੇ ਜੰਤੂਆਂ ਦੇ ਵਿੱਚ ਵੀ ਸ਼ਮੂਲੀਅਤ ਰੱਖਦਾ। ਤੇ ਇਸੇ ਪ੍ਰਕਾਰ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਸਾਡੀ ਨੈਕਸਟ ਜਗਤ ਆ, ਇਹ ਜਿਸ ਨੂੰ ਅਸੀਂ ਅੱਜ ਪੜ੍ਹਨਾ, ਉਹ ਫੰਜਾਈ ਹੈ। ਅਸੀਂ ਇੱਥੇ ਆਪਣੇ ਮਾਡਲ ਦੇ ਵਿੱਚ ਵੀ ਉਹਦੇ ਬਾਰੇ ਦੱਸ ਸਕਦੇ ਹਾਂ ਵੀ ਇਸ ਮਾਡਲ ਦੇ ਵਿੱਚ ਬੱਚਿਓ ਫੰਜਾਈ ਉੱਲੀਆਂ, ਜ਼ਿਆਦਾਤਰ ਉੱਲੀਆਂ ਮ੍ਰਿਤਹਾਰੀ ਨੇ। ਆ ਮ੍ਰਿਤਹਾਰੀ ਉੱਲੀਆਂ, ਇਹ ਜਿਹੜਾ ਆਪਣਾ ਭੋਜਨ ਹੈ, ਇਹ ਡੈਡ ਐਂਡ ਡੀਕੇਇੰਗ ਆਰਗੈਨਿਕ ਮੈਟਰ, ਜਿਹੜਾ ਗਲ ਸੜ ਰਿਹਾ ਸਮਾਨ ਹੈ, ਉਸ ਤੋਂ ਇਹ ਲੈਂਦੀਆਂ ਨੇ। ਤੇ ਉੱਲੀਆਂ ਸਾਰੀਆਂ ਕੀ ਨੁਕਸਾਨ ਕਰਦੀਆਂ ਨੇ? ਨਹੀਂ, ਉੱਲੀਆਂ ਤੁਸੀਂ ਦੇਖ ਸਕਦੇ ਹੋ ਖਾਣਯੋਗ ਵੀ ਉੱਲੀ ਹੁੰਦੀਆਂ ਨੇ ਕੁਝ, ਠੀਕ ਹੈ ਜੀ। ਤੇ ਕਈਆਂ ਤੋਂ ਸਾਨੂੰ ਐਂਟੀਬਾਇਓਟਿਕ ਨਾਂ ਦੇ ਪਦਾਰਥ ਵੀ ਮਿਲਦੇ ਆ। ਜਿਵੇਂ ਸਭ ਤੋਂ ਪਹਿਲਾਂ ਜਿਹੜਾ ਐਂਟੀਬਾਇਓਟਿਕ ਪਦਾਰਥ ਅਲੈਗਜ਼ੈਂਡਰ ਫਲੈਮਿੰਗ ਨੇ ਖੋਜਿਆ ਸੀ, ਪੈਨੀਸਿਲਿਨ। ਉਹ ਪੈਨੀਸਿਲੀਅਮ ਨੋਟੇਟਮ ਨਾਂ ਦੀ ਉੱਲੀ ਤੋਂ ਹੀ ਸਾਨੂੰ ਪ੍ਰਾਪਤ ਹੋਇਆ ਸੀ, ਜਿਹਦੇ ਕਰਕੇ ਬਹੁਤ ਸਾਰੀਆਂ ਜਿਹੜੀਆਂ ਨੇਗੀਆਂ ਭਿਆਨਕ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ। ਪੈਨੀਸਿਲੀਅਮ ਨੋਟੇਟਮ, ਜਿਹੜਾ ਪੈਨੀਸਿਲਿਨ ਨਾਮ ਦੀ ਜਿਹੜੀ ਉੱਲੀ ਸੀ, ਉਹਦੀ ਖੋਜ 1929 ਦੇ ਵਿੱਚ ਅਲੈਗਜ਼ੈਂਡਰ ਫਲੇਮਿੰਗ ਨੇ ਕੀਤੀ ਸੀ ਸਭ ਤੋਂ ਪਹਿਲਾਂ। ਤੇ ਅਲੈਗਜ਼ੈਂਡਰ, ਇਸ ਤੋਂ ਇਹਨੂੰ ਵੰਡਰ ਡਰੱਗ ਵੀ ਕਿਹਾ ਜਾਂਦਾ ਸੀ, ਕਿਉਂਕਿ ਵਰਲਡ ਵਾਰ ਤੋਂ ਬਾਅਦ ਕਾਫੀ
ਡੈਥਸ ਹੋਈਆਂ ਸੋਲਜਰਸ ਦੀਆਂ, ਤਾਂ ਇਸ ਤੋਂ ਬਾਅਦ ਇਹ ਵੰਡਰ ਡਰੱਗ ਦਾ ਫਾਈਂਡ ਆਊਟ ਕੀਤੀ ਗਈ। ਤੇ ਇਹ ਉੱਲੀਆਂ ਜਿਹੜੀਆਂ ਤੁਹਾਨੂੰ ਸਾਰੇ ਵਾਤਾਵਰਣ ਦੇ ਵਿੱਚ ਲਗਭਗ ਵਿਖਾਈ ਦੇ ਸਕਦੀਆਂ ਨੇ। ਇਸੇ ਪ੍ਰਕਾਰ ਉੱਲੀਆਂ ਪੌਦਿਆਂ ਨੂੰ ਵੀ, ਜੰਤੂਆਂ ਨੂੰ ਵੀ ਤੇ ਨੁਕਸਾਨ ਪਹੁੰਚਾਉਂਦੀਆਂ ਨੇ। ਤੁਸੀਂ ਦੇਖ ਸਕਦੇ ਹੋ ਕਿ ਕਈ ਵਾਰ ਆਲੂ ਦੇ ਵਿੱਚ ਲੇਟ ਬਲਾਈਟ ਆਫ ਪੋਟੈਟੋ ਹੁੰਦਾ। ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਪੁਕਸੀਨੀਆ ਗ੍ਰੈਮਿਨਸ ਨਾਮ ਦੀ ਜਿਹੜੀ ਉੱਲੀ ਹੈ, ਹਾਂਜੀ, ਉਹ ਕਣਕ ਦੇ ਵਿੱਚ ਕਾਂਗਿਆਰੀ ਦਾ ਰੋਗ ਲਾਉਂਦੀ ਹੈ। ਉਹ ਬੱਲੀ ਦੇ ਵਿੱਚ ਕਾਲੇ ਰੰਗ ਦਾ ਪਾਊਡਰ ਜਿਹੜਾ ਵਾ ਬਣ ਜਾਂਦਾ। ਬਿਲਕੁਲ ਪਾਊਡਰੀ ਮਿਲਡਿਊ ਹੋ ਜਾਂਦਾ। ਉਹਦੇ ਨਾਲ ਮਤਲਬ ਜਿਹੜੇ ਸਪੋਰਸ ਹੈ ਉਹ ਫੈਲਦੇ ਆ ਤੇ ਪੂਰੀ ਫਸਲ ਉਹਦੇ ਨਾਲ ਖਰਾਬ ਹੁੰਦੀ ਹੈ। ਜੇ ਤੁਸੀਂ ਦੇਖੋ ਤਾਂ ਸਿਟਰਸ ਕੈਂਕਰ ਹੈ ਜਿਹੜਾ ਨਿੰਬੂਆਂ ਨੂੰ ਉੱਲੀ ਲੱਗ ਜਾਂਦੀ ਹੈ। ਉੱਲੀ ਆਪਾਂ ਦੇਖ ਸਕਦੇ ਹਾਂ ਕਿ ਆਪਣੇ ਦਾਦ, ਖਾਜ, ਖੁਜਲੀ ਜਿਹੜੀ ਆਪਾਂ ਰਿੰਗ ਗਾਰਡ ਦੀ ਵਰਤੋਂ ਕਰਦੇ ਹਾਂ, ਇਹ ਉੱਲੀ ਦੇ ਨਾਲ ਹੋਣ ਵਾਲੇ ਇਨਫੈਕਸ਼ਨ ਹੈ। ਬਟ ਐਟ ਦਾ ਸੇਮ ਟਾਈਮ ਜਿਵੇਂ ਅਸੀਂ ਵੰਡਰ ਡਰੱਗ ਦੀ ਗੱਲ ਕੀਤੀ ਹੈ ਪੈਨਿਸਿਲਿਨ ਦੀ, ਤਾਂ ਉਹ ਉੱਲੀ ਦੇ ਲਾਭ ਹੈ। ਸਾਨੂੰ ਪ੍ਰੋਟੀਨੇਸ਼ੀਅਸ ਜਿਹੜੀ ਡਾਈਟ ਮਿਲਦੀ ਹੈ ਉਹ ਮਸ਼ਰੂਮਸ ਤੋਂ ਮਿਲਦੀ ਹੈ। ਅਸੀਂ ਸਾਰੇ ਜਾਣੇ ਬੜੇ ਚਾਅ ਦੇ ਨਾਲ ਮਸ਼ਰੂਮਸ ਖਾਂਦੇ ਆ ਤੇ ਇਹ ਮਸ਼ਰੂਮ ਇੱਕ ਪ੍ਰੋਟੀਨੇਸ਼ੀਅਸ ਡਾਈਟ ਵੀ ਹੈ। ਤੇ ਇਸੇ ਪ੍ਰਕਾਰ ਜਿਹੜੇ ਡੰਗਰ ਨੇ, ਡੰਗਰਾਂ ਨੂੰ ਵੀ ਮੂੰਹ ਖੋਰ ਦੇ ਰੋਗ ਬਿਮਾਰੀ ਲੱਗਦੀ ਹੈ। ਬੱਚਿਓ, ਉੱਲੀ ਤੇ ਕਾਈ ਇਹਨਾਂ ਦਾ ਵੀ ਆਪਸ ਦੇ ਵਿੱਚ ਇੱਕ ਜਸਵੀਰ ਜੀ ਇੱਕ ਇਹਨਾਂ ਦਾ ਆਪਸ ਵਿੱਚ ਸਹਿਲੀਵਤਾ ਦਾ ਇੱਕ ਰਿਲੇਸ਼ਨ ਹੈ, ਲਾਈਕਨਸ ਬਣਦੇ ਆ ਉਹਦੇ ਨਾਲ। ਤਾਂ ਉਹ ਮੈਂ ਪੁੱਛਣਾ ਚਾਹੁੰਦਾ ਸੀ ਵੀ ਸਹਿ ਜੀਵਨ ਜਿਹੜੇ ਲਾਈਕਨਸ ਨੇ, ਸੁਣਿਆ ਮੈਂ ਵੀ ਇਹ ਜਿਹੜੇ ਇੰਡੀਕੇਟਰ ਹੁੰਦੇ ਨੇ 에ਅਰ ਪੋਲਿਊਸ਼ਨ ਦਾ, ਤੇ ਇਹ ਜਿਹੜੇ ਲਾਈਕਨਸ ਹੈ ਇਹ ਕਿਵੇਂ ਮਤਲਬ ਆਪਣਾ ਜਿੰਦੇ ਰਹਿੰਦੇ ਨੇ, ਇਹ ਕਿਵੇਂ ਇੱਕ ਦੂਜੇ ਦੇ ਸਹਿਯੋਗ ਨਾਲ ਕੀ ਇੱਕ ਦੂਜੇ ਨੂੰ ਬੈਨੀਫਿਟ ਪਹੁੰਚਾਉਂਦੇ ਨੇ, ਉੱਲੀ ਤੇ ਕਾਈ ਦੋਨੋਂ ਇੱਕ ਦੂਜੇ ਦੇ ਵਿੱਚ? ਦੇਖੋ ਜੀ, ਅਸੀਂ ਧਿਆਨ ਨਾਲ ਲਾਈਕਨਸ ਨੂੰ ਦੇਖਾਂਗੇ ਤਾਂ ਉਹਦੇ ਵਿੱਚ ਸਾਨੂੰ ਗ੍ਰੀਨ ਕਲਰ ਦੇ ਪੈਚਸ ਵੀ ਨਜ਼ਰ ਆਉਣਗੇ, ਜਿਹਦੇ ਨਾਲ ਉਹ ਕੀ ਕਰ ਰਹੇ ਨੇ ਕਿ ਪ੍ਰਕਾਸ਼ ਸੰਸਲੇਸ਼ਨ ਕਰ ਰਹੇ ਆ, ਉੱਲੀ ਨੂੰ ਉਹਦੇ ਤੋਂ ਭੋਜਨ ਮਿਲ ਰਿਹਾ। ਠੀਕ ਹੈ। ਤੇ ਉੱਲੀ ਹੈ ਜਿਹੜੀ ਉਹ ਉਹਦੀ ਸੁਰੱਖਿਆ ਕਰ ਰਹੀ ਹੈ, ਉੱਲੀ ਨੂੰ ਜ਼ਿਆਦਾਤਰ ਜੀਵ ਖਾਣਗੇ ਨਹੀਂ। ਤੇ ਜਿਹੜਾ ਕਾਈ ਹੈ, ਕਾਈ ਭੋਜਨ ਬਣਾ ਰਹੀ ਹੈ ਔਰ ਕਾਈ ਉਸ ਨੂੰ ਭੋਜਨ ਦੇ ਰਹੀ ਹੈ ਤੇ ਉੱਲੀ ਸੁਰੱਖਿਆ ਕਰਦੀ ਹੈ। ਇਸ ਪ੍ਰਕਾਰ ਲਾਈਕਨਸ ਇੱਕ ਦੂਜੇ ਨਾਲ ਸੁਰੱਖਿਅਤ ਇੱਕ ਦੂਜੇ ਦੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਰਹਿੰਦੇ ਆ। ਨਮਸਕਾਰ।